भाई गुरदास साहब की कह रहे ने, गुरसिੱਖੀ बारीक है खंडे धार गली अत भीड़ी। कहते बड़ा बारीक रस्ता है गुरसिੱਖੀ ਦਾ। ਤੇ ਨਾਲ ਉਹਨਾਂ ਨੇ ਇੱਕ ਗੱਲ ਬੋਲੀ ਹੈ, ਕਹਿੰਦੇ ਇੱਦਾਂ ਹੈ ਵੀ ਹੰਕਾਰ ਵਾਲੇ ਬੰਦੇ ਦੇ ਲਈ ਇਹ ਰਸਤਾ ਨਹੀਂ ਹੈ। ਜਿਹੜਾ ਹੰਕਾਰ ਕਰਕੇ ਹਾਥੀ ਹੋਇਆ ਪਿਆ ਹੈ ਉਹਦੇ ਲਈ ਇਹ ਰਸਤਾ ਨਹੀਂ ਹੈ। ਮੈਂ ਇੱਕ ਘਟਨਾ ਆਪ ਜੀ ਦੇ ਅੱਗੇ ਰੱਖ ਦੇਵਾਂ, ਸਾਡੇ ਜੀਵਨ ਦੇ ਨਾਲ ਸੰਬੰਧਿਤ ਹੋ ਜਾਵੇਗੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਦੇ ਵਿੱਚ ਮੋਦੀਖਾਨੇ ਦੀ ਕਿਰਤ ਕਰਦੇ ਸੀ। ਅਸੀਂ ਸਾਰੇ ਜਾਣਦੇ ਹਾਂ ਇਸ ਗੱਲ ਨੂੰ। ਤੇ ਮਹਾਰਾਜ ਨੇ ਲਗਭਗ 4-4.5 ਸਾਲ ਦਾ ਸਮਾਂ ਲਾਇਆ ਹੈ ਸੁਲਤਾਨਪੁਰ ਲੋਧੀ ਦੇ ਵਿੱਚ। ਹੁਣ ਮਹਾਰਾਜ ਜੀ ਦੇ ਪਿੰਡ ਦੇ ਵਿੱਚੋਂ ਕਦੀ ਬਾਬਾ ਕਲਿਆਣ ਦਾਸ, ਉਹਨਾਂ 4.5 ਸਾਲਾਂ ਦੇ ਵਿੱਚ ਉਹਨਾਂ ਦੇ ਪਿਤਾ ਜੀ ਜਿਹੜੇ ਸੀ ਉਹ ਪਤਾ ਲੈਣ ਆ ਜਾਂਦੇ ਸੀ, ਕਿਉਂਕਿ ਆਪਣੀ ਬੱਚੀ ਨੂੰ ਵੀ ਮਿਲਣ ਆਉਂਦੇ ਹੁੰਦੇ ਸੀ। ਤੇ ਫਿਰ ਇੱਕ ਦਿਨ ਕਵੀ ਸੰਤੋਖ ਸਿੰਘ ਲਿਖਦੇ ਨੇ ਕਿ ਬਾਬੇ ਕਲਿਆਣ ਦਾਸ ਹੁਣਾਂ ਨੇ ਭਾਈ ਮਰਦਾਨੇ ਨੂੰ ਭੇਜਿਆ ਵੀ ਗੁਰੂ ਨਾਨਕ ਸਾਹਿਬ ਦਾ ਪਤਾ ਲੈ ਕੇ ਆ, ਕਿਉਂਕਿ ਉਹ ਮਹਾਰਾਜ ਜੀ ਦੇ ਘਰ ਦੇ ਵਿੱਚ ਉਹਨਾਂ ਦਾ ਆਉਣ ਜਾਣ ਸੀ ਪਹਿਲਾਂ ਤੋਂ। ਤੇ ਭਾਈ ਮਰਦਾਨਾ ਜੀ ਬੇਬੇ ਨਾਨਕੀ ਦਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਤਾ ਲੈਣ ਦੇ ਲਈ ਇੱਥੇ ਆਉਂਦੇ ਨੇ। ਹੁਣ ਜਦੋਂ ਉਹ ਇੱਥੇ ਪਹੁੰਚਦੇ ਨੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨੌਕਰੀ ਛੱਡ ਦਿੱਤੀ ਹੈ ਮੋਦੀਖਾਨੇ ਦੀ। ਉਹਦੇ ਕੀ ਕਾਰਨ ਬਣਦੇ ਨੇ ਉਹ ਇੱਕ ਅਲੱਗ ਚੈਪਟਰ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਨੌਕਰੀ ਛੱਡ ਦਿੱਤੀ ਹੈ, ਔਰ ਉਹ ਸਮਾਂ ਥੋੜ੍ਹਾ ਨਹੀਂ ਸੀ। ਮਹਾਰਾਜ ਦੀ ਪ੍ਰਸਿੱਧੀ ਬੜੀ ਦੂਰ ਦੂਰ ਤੱਕ ਹੋਈ ਸੀ। ਹੁਣ ਛੱਡ ਦਿੱਤੀ ਸੀ, ਹੁਣ ਸਗੋਂ ਹੀ ਇਸ ਗੱਲ ਦਾ ਹੈ ਸੀ ਕਿ ਨੌਕਰੀ ਛੱਡ ਦਿੱਤੀ, ਕਿੱਡੇ ਕਮਾਲ ਦੀ। ਭਾਈ ਮਰਦਾਨਾ ਜੀ ਬੇਬੇ ਨਾਨਕੀ ਦੇ ਘਰ ਦੇ ਵਿੱਚ ਜਾਂਦੇ ਨੇ, ਉੱਥੋਂ ਮਿਲਦੇ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਤਾ ਲੈਂਦੇ ਤੇ ਮਹਾਰਾਜ ਜੀ ਨੂੰ ਮਿਲਣ ਦੇ ਲਈ ਚੱਲ ਜਾਂਦੇ। ਮਹਾਰਾਜ ਕਿਸੇ ਬਾਹਰ ਇਲਾਕੇ ਦੇ ਵਿੱਚ ਜਿੱਥੇ ਬੈਠੇ ਹੋਏ ਸੀ, ਨਾਲ ਉਹਨਾਂ ਦੇ ਥੋੜ੍ਹੇ ਬਹੁਤੇ ਜਿਹੜੇ ਸੰਗਤ ਕਰਨ ਵਾਲੇ ਸੀ ਉਹ ਮਹਾਰਾਜ ਜੀ ਦੇ ਅੱਗੇ ਬੈਠੇ ਤੇ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਤੇ ਜਿਵੇਂ ਵੀ ਹਾਲ ਚਾਲ ਪੁੱਛਦੇ ਨੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਪੁੱਛ ਲੈਂਦੇ ਵੀ ਮਹਾਰਾਜ ਚੰਗੀ ਭਲੀ ਤੁਸੀਂ ਨੌਕਰੀ ਕਰਦੇ ਸੀ, ਵੀ ਕੀ ਲੋੜ ਹੋ ਗਈ ਵੀ ਨੌਕਰੀ ਛੱਡ ਦਿੱਤੀ, ਵੀ ਕੋਈ ਵਿਗੜ ਗਈ ਹੈ, ਕੋਈ ਗੱਲ ਹੋ ਗਈ। ਸੁਭਾਵਿਕ ਜੀ ਗੱਲ ਸੀ, ਪਿੰਡੋਂ ਆਇਆ ਸੀ ਬੰਦਾ ਨੇ ਤਾਂ ਪੁੱਛਣਾ ਹੀ ਸੀ ਵੀ ਕੀ ਗੱਲ ਹੋ ਗਈ ਹੈ। ਤੇ ਮਹਾਰਾਜ ਜੀ ਨੇ ਇੱਕ ਗੱਲ ਕਹੀ, ਕਹਿੰਦੇ ਕਿ ਵੈਸੇ ਇਹ ਮਹਾਰਾਜ ਦੇ ਆਨੰਦ ਕਾਰਜ ਦੀ ਘਟਨਾ ਹੈ ਜਿੱਥੇ ਅਸੀਂ ਉਹਨੂੰ ਹਵਾਲਾ ਲੈ ਰਹੇ ਹਾਂ। ਕਹਿੰਦੇ ਵੀ ਜਿਸ ਵੇਲੇ ਤੂੰ ਸਾਨੂੰ ਪਹਿਲਾਂ ਮਿਲਿਆ ਸੀ, ਭਾਈ ਮਰਦਾਨਾ ਜੀ ਨੂੰ ਮਹਾਰਾਜ ਕਹਿੰਦੇ ਜਦੋਂ ਤੂੰ ਸਾਨੂੰ ਪਹਿਲਾਂ ਮਿਲਿਆ ਸੀ ਨਾ, ਉਸ ਵੇਲੇ ਅਸੀਂ ਤੈਨੂੰ ਇੱਕ ਦਾਤ ਦਿੱਤੀ ਸੀ। ਉਹ ਦਾਤ ਸੀ ਕੀਰਤਨ ਦੀ ਦਾਤ, ਔਰ ਮਹਾਰਾਜ ਨੇ ਭਾਈ ਮਰਦਾਨੇ ਦੀ ਝੋਲੀ ਦੇ ਵਿੱਚ ਪਾਈ ਹੈ। ਤੈਨੂੰ ਇੱਕ ਦਾਤ ਦਿੱਤੀ ਸੀ ਤੇ ਹੁਣ ਨਾ ਉਸ ਦਾਤ ਨੂੰ ਲੋਕਾਂ ਦੇ ਵਿੱਚ ਵੰਡਣ ਦਾ ਤੇ ਉਸ ਦਾਤ ਨੂੰ ਵਰਤਣ ਦਾ ਸਮਾਂ ਆ ਗਿਆ। ਮਹਾਰਾਜ ਨੇ ਗੱਲ ਕਲੀਅਰ ਕਰ ਦਿੱਤੀ ਵੀ ਹੁਣ ਉਦਾਸੀਆਂ ਦੇ ਉੱਤੇ ਜਾਣ ਦਾ ਸਮਾਂ ਆ ਗਿਆ ਤੇ ਅਸੀਂ ਚਾਹੁੰਦੇ ਹਾਂ ਵੀ ਤੂੰ ਸਾਡੇ ਨਾਲ ਚੱਲ। ਇਹ ਵੇਖਿਓ, ਮਤਲਬ ਮੈਨੂੰ ਗੁਰੂ ਸਾਹਿਬ ਕਹਿਣ ਵੀ ਮੈਂ ਤੈਨੂੰ ਸ਼ਬਦ ਦੇਣਾ ਚਾਹੁੰਦਾ, ਤੂੰ ਮੇਰੇ ਨਾਲ ਤੁਰ। ਤੇ ਭਾਈ ਮਰਦਾਨਾ ਨੂੰ ਮਹਾਰਾਜ ਕਹਿੰਦੇ ਵੀ ਤੁਸੀਂ ਸਾਡੇ ਨਾਲ ਚੱਲੋ। ਤੇ ਭਾਈ ਮਰਦਾਨਾ ਜੀ ਜਿਹੜੇ ਨੇ ਉਹ ਮਹਾਰਾਜ ਦੇ ਅੱਗੇ ਹੱਥ ਜੋੜ ਦਿੰਦੇ ਨੇ, ਕਹਿੰਦੇ ਮਹਾਰਾਜ ਸ਼ੁਰੂ ਤੋਂ ਲੈ ਕੇ ਤੁਹਾਡੇ ਅਨੁਸਾਰੀ ਰਹੇ ਹਾਂ, ਜਿੱਦਾਂ ਤੁਸੀਂ ਕਿਹਾ ਹੈ ਉੱਦਾਂ ਹੀ ਕਰਦੇ ਹਾਂ, ਤੁਸੀਂ ਦੱਸੋ ਜਾਣਾ ਕਿਹੜੇ ਪਾਸੇ। ਇਹ ਕਵੀ ਸੰਤੋਖ ਸਿੰਘ ਹੋਣਾਂ ਨੇ ਗੱਲ ਲਿਖੀ ਹੈ ਵੀ ਭਾਈ ਮਰਦਾਨਾ ਜੀ ਕਹਿੰਦੇ ਵੀ ਮਹਾਰਾਜ ਦੱਸੋ ਜਾਣਾ ਕਿਹੜੇ ਪਾਸੇ ਆ। ਮਹਾਰਾਜ ਕਹਿੰਦੇ ਜਿੱਧਰ ਵੀ ਅਕਾਲ ਪੁਰਖ ਵਾਹਿਗੁਰੂ ਲੈ ਜਾਵੇਗਾ ਨਾ ਆਪਾਂ ਜਾਵਾਂਗੇ। ਇਹ ਪਹਿਲਾਂ ਦੀਆਂ ਇੱਥੇ ਸਲਾਹਾਂ ਨਹੀਂ ਨੇ ਵੀ ਮੈਂ ਤੈਨੂੰ ਕਹਾਂ ਵੀ ਨਹੀਂ ਪਹਿਲਾਂ ਅਸੀਂ ਇੰਨੇ ਕਿਲੋਮੀਟਰ ਉੱਥੇ ਜਾਣਾ ਤੇ ਦੂਜੇ ਕਿਲੋਮੀਟਰ ਬਾਅਦ ਉੱਥੇ ਜਾਣਾ। ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਹੈ, ਮਾਲਕ ਜਿਸ ਮੌਜ ਦੇ ਵਿੱਚ ਜਿਹੜੇ ਪਾਸੇ ਲੈ ਜਾਵੇਗਾ ਆਪਾਂ ਜਾਵਾਂਗੇ। ਤੇ ਅੱਗੋਂ ਜਿਹੜੀ ਗੱਲ ਹੈ ਨਾ, ਉਦੋਂ ਤੇ ਭਾਈ ਮਰਦਾਨਾ ਜੀ ਮੰਨ ਗਏ। ਫਿਰ ਅੱਗੇ ਸਾਡੇ ਵਾਲੇ ਕੁਐਸਚਨ ਸ਼ੁਰੂ ਹੋ ਜਾਂਦੇ ਨੇ। ਇਹ ਗੱਲ ਅਸਲ ਦੇ ਵਿੱਚ ਭਾਈ ਮਰਦਾਨਾ ਜੀ ਦੁਆਰਾ ਸਾਡੇ ਵਰਗਿਆਂ ਨੂੰ ਸਮਝਾਈ ਗਈ ਸੀ। ਭਾਈ ਮਰਦਾਨਾ ਜੀ ਕਹਿੰਦੇ ਵੀ ਮਹਾਰਾਜ ਇੱਕ ਦੁਬਿਧਾ ਹੈ। ਤੇ ਮਹਾਰਾਜ ਜੀ ਕਹਿੰਦੇ ਵੀ ਕਿਹੜੀ ਦੁਬਿਧਾ ਹੈ? ਵੀ ਸੱਚੇ ਪਾਤਸ਼ਾਹ ਤੁਹਾਡੇ ਘਰਦਿਆਂ ਨੇ ਮੈਨੂੰ ਭੇਜਿਆ ਹੈ ਇੱਥੇ ਤੁਹਾਡਾ ਪਤਾ ਲੈਣ ਦੇ ਲਈ, ਤੇ ਜੇ ਮੈਂ ਤੁਹਾਡੇ ਆਖੇ ਨਹੀਂ ਲੱਗਦਾ ਤੇ ਮੈਨੂੰ ਆਪਣੇ ਆਪ ਦੇ ਵਿੱਚ ਬੁਰਾ ਲੱਗਦਾ ਵੀ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੈਨੂੰ ਕੋਈ ਗੱਲ ਕਹੀ ਹੈ ਤੇ ਮੈਂ ਆਖੇ ਨਹੀਂ ਲੱਗਾ। ਪਰ ਕਹਿੰਦੇ ਜਿਨ੍ਹਾਂ ਨੇ ਮੈਨੂੰ ਤੁਹਾਡਾ ਪਤਾ ਲੈਣ ਭੇਜਿਆ ਹੈ, ਜੇ ਮੈਂ ਉਹਨਾਂ ਨੂੰ ਜਾ ਕੇ ਤੁਹਾਡਾ ਪਤਾ ਨਹੀਂ ਦਿੰਦਾ ਤੇ ਮੈਂ ਹੋਰ ਫਸ ਜਾਂਦਾ, ਕਿਉਂਕਿ ਉਹਨਾਂ ਨੇ ਮੈਨੂੰ ਭੇਜਿਆ ਤੁਹਾਡਾ ਪਤਾ ਲੈਣ ਦੇ ਲਈ। ਹੁਣ ਤੁਸੀਂ ਦੱਸੋ ਵੀ ਮੈਂ ਕੀ ਕਰਾਂ। ਸੁਭਾਵਿਕ ਜੀ ਗੱਲ ਹੈ, ਦੋ ਸਵਾਲ ਆ ਗਏ ਵੀ ਤੁਹਾਡੇ ਨਾਲ ਤੁਰਾਂ ਕਿ ਪਿੱਛੇ ਪਰਿਵਾਰ ਵਾਲਿਆਂ ਦੇ ਵੱਲ ਚਲਾ ਜਾਵਾਂ। ਤੇ ਕਵੀ ਸੰਤੋਖ ਸਿੰਘ ਕਹਿੰਦੇ ਮਹਾਰਾਜ ਨੇ ਇੱਕ ਗੱਲ ਕਹੀ, ਕਹਿੰਦੇ ਵੀ ਭਾਈ ਜੇ ਸਾਡੇ ਨਾਲ ਰਹਿਣਾ ਨਾ ਤੇ ਫਿਰ ਆਪਣਾ ਜਿਹੜਾ ਪਰਿਵਾਰ ਦਾ ਮੋਹ ਹੈ ਨਾ
ਇਹ ਤੈਨੂੰ ਪਿੱਛੇ ਛੱਡਣਾ ਪਵੇਗਾ। ਇਹਦਾ ਮਤਲਬ ਇਹ ਨਹੀਂ ਮਹਾਰਾਜ ਕਹਿ ਰਹੇ ਵੀ ਤੈਨੂੰ ਪਰਿਵਾਰ ਦੇ ਨਾਲੋਂ ਤੋੜ ਕੇ ਰੱਖ ਦੇਣਾ। ਮਹਾਰਾਜ ਜੀ ਆਪ ਰਾਏ ਬੁਲਾਰ ਬੁਲਾਉਂਦੇ ਨੇ ਤਾਂ ਤਲਵੰਡੀ ਮਹਾਰਾਜ ਮਿਲ ਚਲ ਜਾਂਦੇ ਨੇ ਰਾਏ ਬੁਲਾਰ ਜੀ ਨੂੰ। ਮਹਾਰਾਜ ਜੀ ਆਪ ਜਦੋਂ ਉਦਾਸੀਆਂ ਦੇ ਉੱਤੇ ਗਏ ਤੇ ਮਹਾਰਾਜ ਜੀ ਫਿਰ ਆਪਣੇ ਮਾਤਾ ਪਿਤਾ ਨੂੰ ਮਿਲੇ। ਗੱਲ ਕੀ ਸੀ ਵੀ ਮੈਨੂੰ ਕੋਈ ਕਵੇ ਵੀ ਸਿੱਖੀ ਕਮਾ ਤੇ ਮੇਰੀ ਸੁਰਤ ਦੇ ਵਿੱਚ ਕਦੀ ਟੱਬਰ ਆ ਜਾਵੇ, ਪਰਿਵਾਰ ਆ ਜਾਵੇ, ਜੀ ਉਹਦੇ ਕਰਕੇ ਨਹੀਂ ਕਮਾ ਸਕਿਆ, ਉਹਦੇ ਕਰਕੇ ਸਮਝੌਤਾ ਕਰ ਲਿਆ ਮੈਂ। ਮੈਨੂੰ ਕੋਈ ਕਵੇ ਵੀ ਸਿੱਖੀ ਕਮਾ, ਮੇਰੇ ਅੱਗੇ ਸਵਾਲ ਆ ਜਾਵੇ ਵੀ ਸਿੱਖੀ ਤੇ ਕਮਾ ਲਵਾਂ, ਪਰ ਦੁਬਿਧਾ ਹੈ ਅਜੇ ਮੇਰੇ ਮਨ ਦੇ ਵਿੱਚ। ਉਹ ਜਿਹੜੀ ਦੁਬਿਧਾ ਹੈ ਨਾ, ਉਹ ਸਿੱਖੀ ਨਹੀਂ ਕਮਾਉਣ ਦਿੰਦੀ। ਦੁਬਿਧਾ ਦਾ ਮਤਲਬ ਸਿਰਫ ਇਹੋ ਹੀ ਨਹੀਂ ਹੁੰਦਾ। ਅਸੀਂ ਜਦੋਂ ਸੋਚਦੇ ਹਾਂ ਵੀ ਸ਼ਾਇਦ ਦੁਬਿਧਾ ਦਾ ਮਤਲਬ ਹੈ ਵੀ ਮੈਂ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਹੋਰ ਕਿਸੇ ਨੂੰ ਮੱਥਾ ਨਹੀਂ ਟੇਕਦਾ ਤਾਂ ਮੈਂ ਦੁਬਿਧਾ ਤੋਂ ਪਾਰ ਹੋ ਗਿਆ ਹਾਂ। ਤੁਸੀਂ ਕਿਤੇ ਸੋਚ ਕੇ ਵੇਖਿਓ, ਦੁਬਿਧਾ ਦਾ ਮਤਲਬ ਹੀ ਇੰਨਾ ਕੁ ਹੈ, ਦੁਬਿਧਾ ਦਾ ਮਤਲਬ ਹੀ ਇੰਨਾ ਕੁ ਹੈ ਭਾਈ, ਜਦੋਂ ਵੀ ਮਨ ਦੇ ਵਿੱਚ ਦੋ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਨੇ, ਉਹ ਦੁਬਿਧਾ ਹੀ ਹੈ, ਉਹ ਹੋਰ ਕੁਝ ਵੀ ਨਹੀਂ ਹੈ। ਜਦੋਂ ਵੀ ਦੋ ਖਿਆਲ ਆ ਗਏ, ਉਹ ਦੁਬਿਧਾ ਹੀ ਹੈ। ਔਰ ਉਸ ਦੋ ਦੇ ਵਿੱਚੋਂ ਇੱਕ ਨੂੰ ਚੁਣਨਾ ਹੁੰਦਾ ਹੈ ਗੁਰਸਿੱਖੀ, ਔਰ ਜਿਹੜਾ ਗੁਰਮਤ ਦਾ ਪਾਸਾ ਹੁੰਦਾ ਉਹ ਹੁੰਦਾ ਹੈ ਵੀ ਮੈਂ ਚੁਣ ਕਿੱਦਾਂ ਲੈਣਾ ਹੈ ਇਸ ਗੱਲ ਨੂੰ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੇ ਇਸ ਰਸਤੇ ਦੇ ਉੱਤੇ ਚੱਲਣਾ ਹੈ ਤੇ ਫਿਰ ਭਾਈ ਥੋੜਾ ਜਿਹਾ ਆਪਣੇ ਪਰਿਵਾਰ ਦੀ ਪਕੜ ਨੂੰ ਪਿੱਛੇ ਛੱਡ ਕੇ ਆ। ਚਲੋ ਭਾਈ ਮਰਦਾਨਾ ਮਹਾਰਾਜ ਜੀ ਦੇ ਨਾਲ ਤੁਰ ਪਿਆ। ਹੁਣ ਇਹ ਨਾਲ ਤੁਰਨਾ ਕੀ ਹੈ? ਨਾਲ ਤੁਰਨਾ, ਚਲੋ ਭਾਈ ਮਰਦਾਨਾ ਜੀ ਤੁਰ ਪਏ, ਆਪਾਂ ਪੜ੍ਹ ਲਿਆ ਜੀ ਮਹਾਰਾਜ ਜੀ ਦੇ ਨਾਲ ਉਦਾਸੀਆਂ ਦੇ ਉੱਤੇ ਕੀਰਤਨ ਕੀਤਾ। ਅਸਲ ਦੇ ਵਿੱਚ ਜਿਹੜੀ ਗੱਲ ਕਹਿਣ ਦਾ ਮਕਸਦ ਹੈ ਉਹ ਸਿਰਫ ਇੰਨਾ ਕੁ ਹੈ ਵੀ ਗੁਰੂ ਨਾਨਕ ਸਾਹਿਬ ਤੇ ਗੁਰੂ ਹੈ ਹੀ ਹੈ। ਭਾਈ ਮਰਦਾਨਾ ਜੀ ਅਸਲ ਦੇ ਵਿੱਚ ਉਸ ਵੇਲੇ ਸਾਡੇ ਵਰਗਿਆਂ ਦਾ ਰੋਲ ਅਦਾ ਕਰਦੇ ਨੇ। ਵੀ ਮਹਾਰਾਜ ਕਹਿਣ ਵੀ ਚਲੋ ਸਿੱਖੀ ਕਮਾਓ ਤੇ ਅਸੀਂ ਅੱਗੋਂ ਕਹਿ ਦਈਏ ਵੀ ਮਹਾਰਾਜ ਜੀ ਦੁਬਿਧਾ ਬੜੀ ਵੱਡੀ ਹੈ ਵੀ ਸਿੱਖੀ ਕਮਾਈ ਹੈ ਕਿ ਪਰਿਵਾਰ ਪਿੱਛੇ ਫਿਰ ਰਹਿ ਜਾਂਦੇ ਨੇ। ਹਾਲਾਂਕਿ ਇਹ ਗੱਲਾਂ ਸਿਰਫ ਬਣਾ ਦਿੱਤੀਆਂ ਗਈਆਂ ਨੇ ਵੀ ਸਿੱਖੀ ਰਹਿੰਦੀ ਹੈ ਤੇ ਪਰਿਵਾਰ ਨਹੀਂ ਰਹਿੰਦਾ ਹੈ, ਪਰ ਇਹ ਦੋਵੇਂ ਪਾਸੇ ਨਾਲ ਚੱਲਦੇ ਨੇ। ਜਿੱਦਾਂ ਮਿਸਲ ਕਾਲ ਦੇ ਵਿੱਚ ਇੱਕ ਗੱਲ ਕਹੀ ਜਾਂਦੀ ਹੁੰਦੀ ਸੀ, ਕਿਉਂਕਿ ਬਹੁਤੇ ਜਿਹੜੇ ਗੁਰਸਿੱਖ ਹੁੰਦੇ ਸੀ ਉਹ ਸਹਿਜਧਾਰੀ ਪਰਿਵਾਰਾਂ ਦੇ ਵਿੱਚੋਂ ਵੀ ਬਣਦੇ ਹੁੰਦੇ ਸੀ। ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਣਾਇਆ ਤੇ ਉਹਨਾਂ ਦੇ ਵਿੱਚ ਅਜੇ ਵੀ ਤੁਹਾਡੇ ਸ਼ਹਿਰ ਦੇ ਵਿੱਚ ਇਹ ਪਰੰਪਰਾ ਹੈ ਆ ਵੀ ਜਿਹੜਾ ਵੱਡਾ ਬੱਚਾ ਹੁੰਦਾ ਸੀ ਉਹਨੂੰ ਗੁਰਸਿੱਖ ਬਣਾ ਦਿੱਤਾ ਜਾਂਦਾ ਸੀ। ਸਹਿਜਧਾਰੀ ਪਰਿਵਾਰ ਦੇ ਵਿੱਚੋਂ ਜਿਹੜਾ ਪਹਿਲਾ ਬੱਚਾ ਹੈ ਉਹਨੂੰ ਗੁਰਸਿੱਖ ਬਣਾ ਦੇਣਾ। ਇਹ ਚੀਜ਼ ਮੈਂ ਇੱਥੇ ਵੇਖੀ ਹੈ, ਪੜ੍ਹੀ ਬਹੁਤ ਵਾਰ ਸੀ। ਹੁਣ ਪਹਿਲਾਂ ਵੀ ਇਹ ਕੰਮ ਚੱਲਦਾ ਸੀ ਤੇ ਉਹਦੇ ਵਿੱਚ ਇੱਕ ਨਾ ਭਾਵੇਂ ਉਹਨੂੰ ਮਜ਼ਾਕ ਦੇ ਰੂਪ ਦੇ ਵਿੱਚ ਬੋਲਿਆ ਜਾਂਦਾ ਹੁੰਦਾ ਸੀ, ਪਰ ਬੋਲਿਆ ਇਹ ਜਾਂਦਾ ਹੁੰਦਾ ਸੀ ਵੀ ਕਿਉਂਕਿ ਸਖਤੀ ਬੜੀ ਹੁੰਦੀ ਸੀ ਸਿੱਖਾਂ ਦੇ ਉੱਤੇ, ਉਹਨਾਂ ਨੂੰ ਘਰਾਂ ਦੇ ਵਿੱਚ ਰਹਿਣਾ ਔਖਾ, ਤੇ ਜੇ ਕਿਤੇ ਰਹਿਣ ਲਈ ਆ ਕੇ ਥੋੜ੍ਹਾ ਬਹੁਤਾ ਕਾਰੋਬਾਰ ਸੈੱਟ ਕੀਤਾ ਤੇ ਉਹਨੇ ਚਿਰ ਨੂੰ ਫੇਰ ਕਿਤੇ ਲੜਾਈ ਹੋ ਗਈ, ਸੈੱਟ ਕੀਤਾ ਕਾਰੋਬਾਰ ਸਾਰਾ ਹੀ ਤਬਾਹ ਹੋ ਜਾਣਾ। ਉਹ ਬੜਾ ਔਖਾ ਹੁੰਦਾ ਸੀ ਤੇ ਉਹ ਮਜ਼ਾਕ ਜਿਹਾ ਇੱਕ ਕਰਦੇ ਹੁੰਦੇ ਸੀ ਕਿ ਘਰਦਿਆਂ ਨੂੰ ਪੁੱਛਣਾ ਵੀ ਤੁਹਾਡੇ ਕਿੰਨੇ ਬੱਚੇ ਨੇ, ਉਹ ਕਿੰਨਾ ਕਹਿਣਾ ਜੀ ਪਹਿਲਾਂ ਤੇ 3 ਸੀ ਤੇ ਹੁਣ ਇੱਕ ਸਿੱਖ ਬਣ ਗਿਆ। ਉਹਦਾ ਮਤਲਬ ਇਹ ਸੀ ਵੀ ਜਿਹੜਾ ਬਣ ਗਿਆ ਇਹਦਾ ਪਤਾ ਨਹੀਂ ਕਿੱਦਣ ਸਾਨੂੰ ਖਬਰ ਆ ਜਾਣੀ ਹੈ, ਇਹਦੇ ਨਾਲੋਂ ਸਾਡਾ ਸੰਬੰਧ ਖਤਮ ਹੋ ਗਿਆ। ਇਹ ਨਹੀਂ ਵੀ ਲੜ ਕੇ ਖਤਮ ਹੋ ਗਿਆ, ਉਹ ਮਤਲਬ ਆਜ਼ਾਦ ਹੀ ਇੰਨਾ ਹੋ ਗਿਆ ਵੀ ਬਾਕੀ ਦੋਵਾਂ ਨੂੰ ਤਾਂ ਅਸੀਂ ਸੋਚ ਸਕਦੇ ਹਾਂ ਵੀ ਸਾਡੇ ਨਾਲ ਹੈ। ਉਹ ਤੇ ਇਸ ਬਿਰਤੀ ਦੇ ਵਿੱਚ ਹੈ ਵੀ ਬਸ ਬਿਲਕੁਲ ਹੀ ਸਾਡੇ ਨਾਲੋਂ ਤਾਂ ਇੱਕ ਹਿਸਾਬ ਦਾ ਵੱਖਰਾ ਹੋ ਚੁੱਕਾ ਹੈ, ਪਰਿਵਾਰ ਦਾ ਮੋਹ ਤੋੜ ਕੇ ਤੇ ਇਹਦੇ ਤੋਂ ਉੱਤੇ ਉੱਠ ਚੁੱਕਾ ਹੈ। ਉਹਨੂੰ ਸਿਰਫ ਹੁਣ ਆਪਣਾ ਪਰਿਵਾਰ ਹੀ ਨਹੀਂ ਦਿਸਦਾ, ਉਹਨੂੰ ਪੂਰੀ ਦੁਨੀਆ ਹੀ ਆਪਣਾ ਪਰਿਵਾਰ ਦਿਸਦੀ ਪਈ ਹੈ ਵੀ ਮੈਂ ਇਹਨਾਂ ਦਾ ਦੁੱਖ ਕਿੱਦਾਂ ਘਟਾਉਣਾ ਹੈ। ਤੇ ਛੋਟਾ ਜਿਹਾ ਰਸਤਾ ਹੈ ਨਾ, ਉਹ ਕਿਹੜਾ ਜ਼ਿੰਦਗੀ ਨਹੀਂ ਸੀ ਜੀਂਦੇ। ਲਾਈਨ ਹੀ ਡਰਾ ਕਰਨੀ ਹੈ। ਸਿੱਖੀ ਕੀ ਹੈ? ਇੱਕ ਲਾਈਨ ਡਰਾ ਕਰਕੇ ਚੱਲਣਾ ਹੈ ਬਸ। ਤੇ ਇਹ ਵੇਖੋ ਇਦਾਂ ਦੀ ਖੇਡ ਹੈ ਵੀ ਵੇਖਣ ਨੂੰ ਮੈਨੂੰ ਇੰਜ ਲੱਗਦਾ ਵੀ ਮੈਂ ਚੱਲਦਾ ਪਿਆ ਹਾਂ ਸਿੱਖੀ ਦੇ ਉੱਤੇ ਤੇ ਇੰਨਾ ਦੂਰ ਨਾ ਹੈ ਵੀ ਮੈਂ ਸ਼ਾਇਦ ਸਿੱਖੀ ਦੇ ਨੇੜੇ ਵੀ ਨਹੀਂ ਹੁੰਦਾ। ਇਹ ਦੋ ਰਸਤੇ ਨੇ। ਵੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਪਹਿਲਾਂ 2 ਤਰੀਕੇ ਦੇ ਲੋਕ ਨੇ। ਇੱਕ ਉਹ ਲੋਕ ਜਿਹੜੇ ਕਹਿੰਦੇ ਸੀ ਵੀ ਘਰ-ਬਾਰ ਛੱਡ ਦਿਓ, ਜਿਹੜੇ ਸਿੱਧ ਲੋਕ ਆਉਂਦੇ ਨੇ ਘਰ-ਬਾਰ ਛੱਡ ਦਿਓ। ਦੂਜੇ ਉਹ ਲੋਕ ਸੀ ਜਿਹੜੇ ਬੜੇ ਘਰਾਂ 'ਚ ਰਹਿੰਦੇ ਸੀ, ਉਹ ਕਹਿੰਦੇ ਸੀ ਵੀ ਪਾਠ ਪੂਜਾ ਤੇ ਸਿੱਧਾਂ ਦਾ ਕੰਮ ਹੈ, ਸਾਡਾ ਕੰਮ ਤੇ ਆ ਥੋੜ੍ਹਾ ਬਹੁਤਾ ਕਾਰੋਬਾਰ ਕਰਨਾ। ਇਹ ਮਹਾਰਾਜ ਦੇ ਸਾਹਮਣੇ ਦੋਵੇਂ ਲੋਕ ਨੇ ਪਹਿਲਾਂ। ਤੇ ਹੁਣ ਜੇ ਹੁਣ ਅਸੀਂ ਹਿਸਾਬ ਲਾਈਏ ਸਾਡੀ ਹਾਲਤ ਕੀ ਹੈ? ਅਸੀਂ ਚਲੋ ਸਿੱਧ ਨਹੀਂ ਹਾਂ ਵੀ ਅਸੀਂ ਘਰ-ਬਾਰ ਨਹੀਂ ਛੱਡੇ, ਪਰ ਸਾਡੇ ਸਾਹਮਣੇ ਕੀ ਪ੍ਰੋਬਲਮ ਆ ਗਈ ਹੈ? ਸਾਡੇ ਲਈ ਘਰ ਹੀ ਘੁੰਮਣ ਘੇਰੀ ਬਣ ਗਿਆ। ਘਰ ਘੁੰਮਣ ਵਾਣੀ ਭਾਈ ਪਾਪ ਪੱਥਰ ਤੜਨ ਨਾ ਜਾਈ। ਘਰ ਹੀ ਸਾਡਾ ਕਿੱਡਾ ਵੱਡਾ ਹੋ ਗਿਆ। ਹੁਣ ਸਾਡੇ ਲਈ ਕੀ ਹੈ? ਮਹਾਰਾਜ ਨੇ ਫਿਰ ਨਾ ਇੱਕ ਮਾਡਲ ਮਨੁੱਖ ਸਾਡੇ ਸਾਹਮਣੇ ਰੱਖਿਆ ਵੀ ਜਿਹੜਾ ਕਿਰਤ ਵੀ ਕਰੇਗਾ, ਪਰ ਸਿਰਫ ਕਿਰਤੀ ਨਹੀਂ ਹੋਵੇਗਾ, ਉਹ ਨਾਮ ਵੀ ਜਪੇਗਾ, ਉਹ ਨਾਮ ਨੂੰ ਵੀ ਬੈਲੈਂਸ ਲੈ ਕੇ ਚੱਲੇਗਾ। ਮਹਾਰਾਜ ਨੇ ਉਹਦਾ ਨਾਮ ਰੱਖਿਆ ਫਿਰ ਗੁਰਮੁਖ। ਜਿਹੜਾ ਉਸ ਗੁਰਮੁਖਤਾਈ ਦੇ ਪਦ ਨੂੰ ਪਾ ਲੈਂਦਾ ਹੈ ਨਾ, ਉਹਦੀ ਜ਼ਿੰਦਗੀ ਦੇ ਵਿੱਚ ਸੁੱਖ ਹੈ। ਪਰ ਇਹ ਕਹਿਣਾ ਬੜਾ ਸੌਖਾ ਹੈ ਵੀ ਗੁਰਮੁਖ ਪਦ ਪਾ ਲਿਆ।
ਜ਼ਿੰਦਗੀਆਂ ਮੁੱਕ ਜਾਂਦੀਆਂ ਨੇ ਗੁਰਮੁਖ ਪਦ ਪਾਉਂਦੇ ਆ, ਇਹੋ ਜਿਹੇ ਗੁਰਮੁਖ ਬਣਦੇ ਆ। ਤੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਵੀ ਬੜੀ ਬਾਰੀਕ ਖੇਡ ਹੈ ਇਹ, ਐਵੇਂ ਨਹੀਂ ਵੀ ਬੜੀ ਬਸ ਜੀ ਆ ਗਈ ਸਿੱਖੀ ਤੇ ਆ ਗਈ, ਇੱਦਾਂ ਨਹੀਂ ਆਉਂਦੀ ਸਿੱਖੀ। ਤੇ ਇੱਕ ਹੋਰ ਉਦਾਹਰਣ ਆਪ ਜੀ ਦੇ ਅੱਗੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਰੱਖ ਦੇਵਾਂ, ਫਿਰ ਇਹ ਗੱਲ ਹੋਰ ਕਲੀਅਰ ਹੋ ਜਾਵੇਗੀ। ਜਿਹੜੀ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੈ ਵੀ ਅਸਲ ਦੇ ਵਿੱਚ ਈਗੋ ਜਿਹੜੀ ਹੁੰਦੀ ਆ ਨਾ, ਉਹ ਸਾਨੂੰ ਮੋਟਾ ਕਰੀ ਜਾਂਦੀ ਹੈ। ਮੁਹਾਵਰੇ ਦੇ ਵਿੱਚ ਇੱਕ ਗੱਲ ਬੋਲੀ ਜਾਂਦੀ ਹੁੰਦੀ ਵੀ ਇੰਨੀ ਮੋਟੀ ਮੱਤ ਵਾਲਾ ਬੰਦਾ ਕਿਹਨੂੰ ਕਿਹਾ ਜਾਂਦਾ ਵੀ ਜਿਹਨੂੰ ਪਤਾ ਹੀ ਨਹੀਂ ਲੱਗਦਾ ਵੀ ਗੱਲ ਕੀ ਹੈ। ਹੁਣ ਮੋਟੀ ਮੱਤ ਦਾ ਮਤਲਬ ਇਹ ਥੋੜ੍ਹਾ ਵੀ ਅੰਦਰ ਕੋਈ ਬੋਡੀ ਦਾ ਪਾਰਟ ਸੱਜਾ ਪਿਆ ਹੈ ਉਹਦੇ। ਮੋਟੀ ਮੱਤ ਦਾ ਮਤਲਬ ਹੈ ਵੀ ਗੱਲ ਵੜਦੀ ਨਹੀਂ ਹੈ ਇੱਥੇ, ਬਸ ਹੋਰ ਕੋਈ ਚੱਕਰ ਨਹੀਂ ਹੈਗਾ। ਹੁਣ ਗੁਰੂ ਸਾਹਿਬ ਕਹਿੰਦੇ ਜਿੱਦਣ ਬੰਦੇ ਨੂੰ ਹੰਕਾਰ ਹੋਵੇ ਨਾ, ਇਹ ਬਾਬਾ ਕਬੀਰ ਸਾਹਿਬ ਜੀ ਦਾ ਵੀ ਇਸ ਪਾਸੇ ਦਾ ਕਨਸੈਪਟ ਹੈ ਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਵੀ ਸ਼ਲੋਕ ਹੈ। ਅਸੀਂ ਬਾਬਾ ਕਬੀਰ ਸਾਹਿਬ ਦੇ ਸ਼ਲੋਕ ਨੂੰ ਲੈ ਕੇ ਚੱਲਾਂਗੇ। ਬਾਬਾ ਕਬੀਰ ਕਹਿੰਦੇ ਨੇ ਕਿ ਮੁਕਤ ਦੁਆਰਾ ਸ਼ੰਕਰਾ, ਕਬੀਰ ਮੁਕਤ ਦੁਆਰਾ ਸ਼ੰਕਰਾ ਰਾਈ ਦਸਾਂ ਪਾਏ। ਰਾਈ ਦਾ ਦਾਣਾ ਤੁਸੀਂ ਵੇਖਿਆ ਹੋਵੇਗਾ, ਬਿਲਕੁਲ ਛੋਟਾ ਜਿਹਾ ਹੁੰਦਾ, ਬਾਰੀਕ ਹੁੰਦਾ। ਕਹਿੰਦੇ ਵੀ ਸਮਝ ਲਓ ਮੁਕਤੀ ਦਾ ਦਰਵਾਜ਼ਾ ਜਿਹੜਾ ਹੈ ਨਾ, ਉਹ ਬੜਾ ਛੋਟਾ ਜਿਹਾ ਹੈ, ਜਿਹਦੇ ਵਿੱਚੋਂ ਦੀ ਅਸੀਂ ਨਿਕਲਣਾ ਹੈ। ਇੰਨਾ ਕੁ ਛੋਟਾ ਹੈ, ਰਾਈ ਦਸਾਂ ਪਾਏ। ਸਮਝ ਲਓ ਵੀ ਰਾਈ ਦੇ ਦਾਣੇ ਤੋਂ ਵੀ 10ਵਾਂ ਹਿੱਸਾ ਹੈ। ਹੁਣ ਇਹਦਾ ਮਤਲਬ ਇਹ ਨਹੀਂ ਵੀ ਉਹਦੇ ਥਾਣੀ ਕਿਤੇ ਨਿਕਲਣਾ ਹੈ, ਇਹਦਾ ਮਤਲਬ ਸਿਰਫ ਇੰਨਾ ਕੁ ਹੈ ਵੀ ਜਿੰਨਾ ਕੁ ਉਹ ਆਪਣੇ ਆਪ ਨੂੰ ਨੀਵਾਂ ਰੱਖਦਾ ਹੈ ਨਾ, ਘੱਟੋ ਘੱਟ ਇੰਨਾ ਡਾਊਨ ਟੂ ਅਰਥ ਹੋਵਾਂਗੇ ਤੇ ਇਸ ਰਸਤੇ ਤੋਂ ਨਿਕਲਿਆ ਜਾਵੇਗਾ, ਨਹੀਂ ਤੇ ਨਹੀਂ ਨਿਕਲ ਸਕਦੇ। ਜਿੱਦਾਂ ਮੈਂ ਬੇਨਤੀ ਕੀਤੀ ਹੈ ਵੀ ਤੰਗ ਗਲੀਆਂ ਦੇ ਵਿੱਚ ਫਿਰ ਕੀ ਹੁੰਦਾ ਹੈ, ਬੰਦੇ ਆਪਸ ਦੇ ਵਿੱਚ ਵੱਜਦੇ ਨੇ। ਜਿਹੜਾ ਸਿੱਖੀ ਦੇ ਵਿੱਚ ਹੰਕਾਰਿਆ ਫਿਰਦਾ ਹੈ ਉਹ ਨਹੀਂ ਨਿਕਲ ਸਕਦਾ ਇਸ ਰਸਤੇ ਦੇ ਉੱਤੇ। ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਾਂ ਭਾਏ, ਮਨ ਤੋਂ ਮੈਗਲ ਹੋਏ ਰਹਾ ਨਿਕਸਿਆ ਕਿਉਂ ਕਰ ਜਾਏ। ਕਹਿੰਦੇ ਮਨ ਤੇ ਹਾਥੀ ਬਣਿਆ ਪਿਆ ਹੈ ਤੇ ਕਿੱਥੇ ਆ ਦਰਵਾਜ਼ੇ ਨੇ ਤੁਹਾਡੇ ਸਾਹਮਣੇ ਹੀ ਹੈ। ਬੰਦੇ ਦਾ ਨਿਕਲਣਾ ਸੌਖਾ, ਹਾਥੀ ਦਾ ਨਿਕਲਣਾ ਫਿਰ ਕੀ ਹੈ, ਜਾਂ ਦਰਵਾਜ਼ਾ ਨਹੀਂ ਰਹੇਗਾ ਜਾਂ ਫਿਰ ਹਾਥੀ ਨਹੀਂ ਰਹੇਗਾ, ਦੋਵੇਂ ਕੰਮ ਹੀ ਹੋਣਗੇ ਫਿਰ ਤੇ। ਮਨ ਤੋਂ ਮੈਗਲ ਹੋਏ ਰਹਾ, ਮਨ ਤੇ ਹੰਕਾਰ ਦੇ ਕਰਕੇ ਏਡਾ ਵੱਡਾ ਹੋ ਗਿਆ ਵੀ ਇਹ ਚਾਹੁੰਦਾ ਵੀ ਮੈਂ ਨੀਵਾਂ ਕਿਉਂ ਹੋਵਾਂ, ਮੈਂ ਝੁਕਾਂ ਕਿਉਂ। ਮਨ ਤੋਂ ਮੈਗਲ ਹੋਏ ਰਹਾ ਨਿਕਸਿਆ ਕਿਉਂ ਕਰ ਜਾਏ, ਕਿਵੇਂ ਨਿਕਲ ਜਾਵੇ ਇਸ ਰਸਤੇ ਦੇ ਵਿੱਚੋਂ। ਹੁਣ ਸੋਚ ਲਓ, ਇਸ ਗੱਲ ਨੂੰ ਸਮਝ ਲਈਏ ਵੀ ਹਾਥੀ ਜਿਹੜਾ ਹੋਵੇ ਮੇਰਾ ਹੰਕਾਰ, ਤੇ ਮੈਨੂੰ ਇੱਕੋ ਦਿਨ ਕਹਿ ਦਿੱਤਾ ਜਾਵੇ ਵੀ ਤੈਨੂੰ ਕੁਝ ਨਹੀਂ ਪਤਾ, ਤੇ ਮੈਂ ਮੰਨਣਾ ਇਸ ਗੱਲ ਨੂੰ ਵੀ ਮੈਨੂੰ ਵਾਕਿਆ ਨਹੀਂ ਪਤਾ। ਨਹੀਂ ਤਾਂ ਜ਼ਬਾਨੀ ਕਲਾਮੀ ਮੈਂ ਕਹਿ ਦਿੰਦਾ ਵੀ ਹਾਂਜੀ ਮੈਂ ਦਾਸ ਹਾਂ, ਮੈਂ ਸੇਵਕ ਹਾਂ। ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ, ਆ ਸਾਡੇ ਵਰਗਿਆਂ ਦੇ ਕੋਲੋਂ ਜਿੰਨਾ ਮਰਜ਼ੀ ਇੱਥੇ ਸੁਣੀ ਜਾਓ, ਮੈਂ ਦਾਸ ਹਾਂ, ਮੈਂ ਸੇਵਕ ਹਾਂ। ਮਾਈਕ ਦੇ ਵਿੱਚ ਬੋਲਣਾ ਬੜਾ ਸੌਖਾ ਹੈ, ਬਾਹਰ ਜਾ ਕੇ ਉਹਨਾਂ ਨੂੰ ਕੋਈ ਕਹਿ ਦੇਣਾ ਤੁਸੀਂ ਦਾਸ ਜੇ, ਵੇਖਿਓ ਫਿਰ ਕਿੱਦਾਂ ਕਿੱਦਾਂ ਦੇ ਸੋਲੇ ਆਉਂਦੇ ਨੇ ਅੱਗੋਂ। ਪ੍ਰੋਬਲਮ ਸਭ ਤੋਂ ਵੱਡੀ ਇੱਥੇ ਹੈ, ਮੈਂ ਸਿਰਫ ਮੰਨਦਾ ਹਾਂ, ਦਿਲ ਤੋਂ ਨਹੀਂ ਮੰਨਦਾ। ਜ਼ੁਬਾਨੀ ਕਲਾਮੀ ਤੁਸੀਂ ਵੇਖੋ ਕਿੰਨੇ ਕਿੰਨੇ ਨੀਵੇਂ ਲਫ਼ਜ਼ ਅਸੀਂ ਆਪਣੇ ਲਈ ਵਰਤਦੇ ਹਾਂ, ਪਰ ਮਨ ਜਿੰਨਾ ਅਸੀਂ ਨੀਵਾਂ ਲਫ਼ਜ਼ ਵਰਤਿਆ, ਮਨ ਓਡਾ ਹੀ ਹੋਰ ਚੌੜਾ ਹੋ ਕੇ ਬਹਿ ਗਿਆ ਵੀ ਮੈਂ ਤਾਂ ਨੀਵਾਂ ਮੰਨਦਾ ਪਿਆ ਹਾਂ ਜਾਂ ਨੀਵਾਂ, ਉਹ ਤੇ ਗੱਲ ਹੀ ਨਹੀਂ। ਭਾਈ ਗੁਰਦਾਸ ਸਾਹਿਬ ਕਹਿੰਦੇ ਵੀ ਇੱਦਾਂ ਨਹੀਂ, ਬੜੀ ਬਾਰੀਕ ਖੇਡ ਹੈ ਇਹ ਸਿੱਖੀ ਦੀ। ਇਹਨੂੰ ਸਮਝੋ ਵੀ ਕਿਸ ਤਰੀਕੇ ਨਾਲ ਜੀ ਰਹੇ ਹਾਂ। ਕਿਸੇ ਬੰਦੇ ਵੱਲ ਵੇਖ ਕੇ ਜੀਣ ਦੀ ਲੋੜ ਨਹੀਂ ਵੀ ਬੰਦਾ ਕਿੱਦਾਂ ਜੀਂਦਾ। ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਪੀੜੀ। ਇਹ ਇਦਾਂ ਦੀ ਲਾਈਨ ਹੈ ਵੀ ਤੁਸੀਂ ਚੱਲਣਾ ਵੀ ਦੁਨੀਆ ਦੇ ਵਿੱਚ ਹੈ ਤੇ ਦੁਨੀਆ ਦੇ ਵਿੱਚ ਡੁੱਬਣਾ ਵੀ ਨਹੀਂ ਹੈ। ਪਰ ਜਿੱਦਾਂ ਬੇੜੀ ਦੀ ਗੱਲ ਕੀਤੀ ਜਾਂਦੀ, ਹੁਣ ਬੇੜੀ ਸੜਕ ਤੇ ਥੋੜਾ ਚੱਲੇਗੀ ਤੇ ਪਾਣੀ ਦੇ ਵਿੱਚ ਹੀ ਨਾ, ਪਰ ਡੁੱਬਣੀ ਨਹੀਂ ਚਾਹੀਦੀ ਪਾਣੀ ਦੇ ਵਿੱਚ। ਤਾਂ ਹੀ ਤਾਂ ਮੰਨਿਆ ਗਿਆ ਵੀ ਬੇੜੀ ਪਾਰ ਹੋ ਗਈ। ਜਿਹੜੀ ਡੁੱਬੀ ਗਈ ਉਹਦਾ ਕੀ ਫਾਇਦਾ ਹੋਇਆ। ਜ਼ਿੰਦਗੀ ਜੀਣੀ ਵੀ ਹੈ, ਕਾਰੋਬਾਰ ਵੀ ਕਰਨੇ ਨੇ, ਕਿਰਤ ਵੀ ਕਰਨੀ ਹੈ। ਜੇ ਮਹਾਰਾਜ ਨੇ ਪੈਸੇ ਤੋਂ ਰੋਕਿਆ ਹੁੰਦਾ ਤਾਂ ਭਾਈ ਮੱਖਣ ਸ਼ਾਹ ਲੁਬਾਣਾ ਮਹਾਰਾਜ ਦੀ ਸ਼ਰਨ ਦੇ ਵਿੱਚ ਫਿਰ ਕਿੱਦਾਂ ਆ ਜਾਂਦੇ। ਕਿ ਕਿੰਨਾ ਅਮੀਰ ਸਿੱਖ ਹੈ ਮਹਾਰਾਜ ਦਾ ਉਸ ਵੇਲੇ, ਪੈਸੇ ਤੋਂ ਮਹਾਰਾਜ ਨੇ ਕਿੱਥੇ ਰੋਕਿਆ। ਪਰ ਸਤਿਗੁਰੂ ਕੀ ਕਹਿੰਦੇ ਨੇ, ਜਿੱਥੇ ਪੈਸਾ ਹੈ ਉੱਥੇ ਪੈਸਾ ਹੈ, ਪਰ ਜਿੱਥੇ ਸਿੱਖੀ ਆ ਗਈ ਹੈ, ਜਿੱਥੇ ਧਰਮ ਆ ਗਿਆ ਹੈ, ਜਿੱਥੇ ਅਕਾਲ ਪੁਰਖ ਵਾਹਿਗੁਰੂ ਆ ਗਿਆ ਹੈ, ਉੱਥੇ ਪੈਸਾ ਸੈਕੰਡਰੀ ਹੈ। ਉੱਥੇ ਇਹ ਸਾਰੀਆਂ ਚੀਜ਼ਾਂ ਪਿੱਛੇ ਰਹਿ ਜਾਂਦੀਆਂ ਨੇ। ਪਰ ਮੈਨੂੰ ਸਮਝ ਵੀ ਤੇ ਹੋਵੇ ਨਾ ਇਸ ਗੱਲ ਦੀ। ਇੱਕ ਲਾਈਨ ਡਰਾ ਕਰਕੇ ਤੁਰਦਾ ਪਿਆ ਹਾਂ ਮੈਂ, ਉਹਦੇ ਵਿੱਚ ਕੀ ਹੈ, ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ। ਭਾਈ ਗੁਰਦਾਸ ਸਾਹਿਬ ਕਹਿੰਦੇ ਵੀ ਬੜਾ ਔਖਾ ਰਸਤਾ